ओम शांति। अज प्यारे बाप दादा दे 16/2/2021 ਦੇ महावचन बाबा ने अज बच्चों नूं कहा, मिठे बच्चे तुसीं अपनी जीवन डोर एक बाप नाल बन्नी है। तुहाडा कनैक्शन माना संबंध एक नाल है, एक नाल ही तोड़ निभाउणा है। प्रश्न है, संगम युग ते आत्मा अपनी डोर परमात्मा दे नाल जोड़दी है। इस दी रसम अज्ञान काल विच किस रीति नाल चलदी आ रही है? उत्तर है, शादी दे समय इस्त्री दा पल्लू पति दे नाल बन्नदे हन। इस्त्री समझदी है जीवन पर उसदा ही साथी होकर रहना है। तुसी तां हुण अपना पल्लू बाप दे नाल जोड़िया है। तुसी जाणदे हो साडी परवरिश माना पालना अद्धा कल्प दे लई बाप द्वारा होवेगी। गीत है, जीवन डोर तुम्ही संग बांधी। ओम शांति। देखो गीत विच कहंदे हन, जीवन डोर तुम से बांधी। जिवें कोई कन्या है, वो अपनी जीवन दी डोर पति दे नाल बन्नदी है, समझदी है जीवन पर उसदा ही साथी होकर के रहना है, उसदी ही पालना करनी है, परवरिश करनी है। इस तरह नहीं कि कन्या नूं उसकी परवरिश करनी है, नहीं, जीवन तक उसनू पालना करनी है। बाबा कह रहे कि तुहाडी बच्चियां दी जीवन डोर भी बाबा नाल बन्नी है। बेहद दा बाप कहो, टीचर कहो, गुरु कहो या जो भी कहो, हर संबंध बाबा नाल। ये आत्मावां दी जीवन दी डोर परमात्मा नाल बन्नण दी है। ਉਹ ਹੈ ਹੱਦ ਦੀਆਂ ਸਥੂਲ ਗੱਲਾਂ, ਇਹ ਹੈ ਸੂਖਸ਼ਮ ਗੱਲ। ਕੰਨਿਆ ਦੇ ਜੀਵਨ ਦੀ ਡੋਰ ਪਤੀ ਨਾਲ ਬੰਨੀ ਜਾਂਦੀ ਹੈ, ਉਹ ਉਸ ਦੇ ਘਰ ਜਾਂਦੀ ਹੈ। ਦੇਖੋ, ਹਰ ਇੱਕ ਗੱਲ ਸਮਝਣ ਦੀ ਬੁੱਧੀ ਚਾਹੀਦੀ ਹੈ ਨਾ, ਹਰ ਇੱਕ ਗੱਲ ਨੂੰ ਸਮਝਣ ਦੀ ਬੁੱਧੀ ਚਾਹੀਦੀ ਹੈ ਨਾ। ਕਲਯੁਗ ਵਿੱਚ ਸਾਰੀਆਂ ਆਸੁਰੀ ਮਤ ਦੀਆਂ ਗੱਲਾਂ ਹਨ। ਤੁਸੀਂ ਜਾਣਦੇ ਹੋ कि साडे जीवन दी डोर तां एक नाल बन्नी है। असली सहारा, असली साथी, असली संबंध किस नाल है? वो तां एक बाप नाल है। तुहाडा संबंध एक नाल ही है, एक नाल ही तोड़ निभाउणा है, क्योंकि उस दे नाल सानू बहुत ज़्यादा सुख मिलदा है। वो तां सानू स्वर्ग दा मालिक बनाउंदा है। ਤਾਂ ਇਸ ਤਰ੍ਹਾਂ ਦੇ ਬਾਪ ਦੀ ਸ਼੍ਰੀਮਤ 'ਤੇ ਚੱਲਣਾ ਚਾਹੀਦਾ ਹੈ ਨਾ। ਇਹ ਹੈ ਰੂਹਾਨੀ ਡੋਰ। ਰੂਹ ਹੀ ਸ਼੍ਰੀਮਤ ਲੈਂਦੀ ਹੈ। ਆਸੁਰੀ ਮਤ ਲੈਣ ਨਾਲ ਤਾਂ ਨੀਚੇ ਡਿੱਗਦੇ ਹੋ। ਹੁਣ ਰੂਹਾਨੀ ਬਾਪ ਦੀ ਸ਼੍ਰੀਮਤ 'ਤੇ ਚੱਲਣਾ ਚਾਹੀਦਾ ਹੈ। ਤੁਸੀਂ ਜਾਣਦੇ ਹੋ ਕਿ ਅਸੀਂ ਆਪਣੀ ਆਤਮਾ ਦੀ ਡੋਰ ਪਰਮਾਤਮਾ ਨਾਲ ਬੰਨ੍ਹਦੇ ਹਾਂ, ਤਾਂ ਸਾਨੂੰ ਉਹਨਾਂ ਤੋਂ ਸਦਾ ਦੇ ਲਈ 21 ਜਨਮ ਸਦਾ ਸੁੱਖ ਦਾ ਵਰਸਾ ਮਿਲਦਾ ਹੈ। ਉਸ ਅਲਪ ਕਾਲ ਦੀ ਜੀਵਨ ਡੋਰ ਨਾਲ ਤਾਂ ਨੀਚੇ ਡਿੱਗਦੇ ਹੋ, ਵਿਕਾਰਾਂ ਵਿੱਚ ਗਏ ਔਰ ਹੋਰ ਹੀ ਆਤਮਾ ਦੁਰਗਤੀ ਦੀ ओर ਗਈ। ਤਾਂ ਬਾਬਾ ਕਹਿ ਰਹੇ, ਸ਼ਿਵ ਬਾਬਾ ਨਾਲ ਜਦੋਂ ਅਸੀਂ ਜੀਵਨ ਡੋਰ ਬੰਨ੍ਹਦੇ ਹਾਂ ਤਾਂ ਸਾਡੀ ਸਦਗਤੀ ਹੁੰਦੀ ਹੈ ਔਰ ਅਸੀਂ ਸਦਾ ਸੁਖੀ ਹੋ ਜਾਂਦੇ ਹਾਂ। ਇਹ 21 ਜਨਮਾਂ ਦੀ ਗਰੰਟੀ ਹੈ। ਮਨੁੱਖ ਤਾਂ ਇੱਕ ਜਨਮ ਦੀ ਵੀ ਗਰੰਟੀ ਨਹੀਂ ਲੈਂਦਾ, ਲੇਕਿਨ ਇੱਥੇ ਤਾਂ ਬਾਬਾ ਸਾਡੀ ਗਰੰਟੀ 21 ਜਨਮਾਂ ਦੀ ਲੈ ਰਹੇ। ਤੁਹਾਡੀ ਕਮਾਈ ਕਿੰਨੀ ਜ਼ਬਰਦਸਤ ਹੈ, ਇਸ ਵਿੱਚ ਗਫਲਤ ਨਹੀਂ ਕਰਨੀ ਚਾਹੀਦੀ। ਮਾਇਆ ਗਫਲਤ ਬਹੁਤ ਕਰਾਉਂਦੀ ਹੈ। ਇਹਨਾਂ ਲక్ష్ਮੀ ਨਾਰਾਇਣ ਨੇ ਜ਼ਰੂਰ ਕੋਈ ਨਾਲ ਜੀਵਨ ਡੋਰ ਬੰਨੀ, ਜਿਸ ਕਰਕੇ 21 ਜਨਮਾਂ ਦਾ ਵਰਸਾ ਮਿਲਿਆ। ਤੁਹਾਡੀ ਆਤਮਾ ਦੀ ਪਰਮਾਤਮਾ ਨਾਲ ਜੀਵਨ ਡੋਰ ਬੰਨੀ ਜਾਂਦੀ ਹੈ ਕਲਪ ਕਲਪ। ਉਹਨਾਂ ਦੀ ਤਾਂ ਗਿਣਤੀ ਨਹੀਂ। ਬੁੱਧੀ ਵਿੱਚ ਬੈਠਦਾ ਹੈ ਕਿ ਅਸੀਂ ਸ਼ਿਵ ਬਾਬਾ ਦੇ ਬਣੇ ਹਾਂ, ਉਸ ਨਾਲ ਜੀਵਨ ਡੋਰ ਬੰਨੀ ਹੈ।
ਹਰ ਇੱਕ ਗੱਲ ਬਾਪ ਬੈਠ ਕੇ ਸਮਝਾਉਂਦੇ ਹਨ। ਤੁਸੀਂ ਜਾਣਦੇ ਹੋ ਕੱਲ੍ਹ ਪਹਿਲਾਂ ਵੀ ਬੰਨੀ ਸੀ। ਹੁਣ ਅਸੀਂ ਸ਼ਿਵ ਜਯੰਤੀ ਮਨਾਉਂਦੇ ਹਾਂ, ਪਰੰਤੂ ਕਿਸ ਦੀ ਮਨਾਉਂਦੇ ਹਾਂ ਕੁਝ ਵੀ ਪਤਾ ਨਹੀਂ। ਸ਼ਿਵ ਬਾਬਾ ਜੋ ਪਤਿਤ ਪਾਵਨ ਹੈ ਉਹ ਜ਼ਰੂਰ ਸੰਗਮ 'ਤੇ ਹੀ ਆਉਣਗੇ ਨਾ। ਹੁਣ ਤੁਸੀਂ ਜਾਣਦੇ ਹੋ, ਪਰੰਤੂ ਦੁਨੀਆ ਨਹੀਂ ਜਾਣਦੀ। ਇਸ ਲਈ ਗਾਇਆ ਜਾਂਦਾ ਹੈ, ਕੋਟਾਂ ਵਿੱਚ ਵੀ ਕੋਈ, ਕੋਈ ਵਿੱਚ ਵੀ ਕੋਈ। ਆਦਿ ਸਨਾਤਨ ਦੇਵੀ ਦੇਵਤਾ ਧਰਮ ਪ੍ਰਾਇਲੋਪ ਹੋ ਗਿਆ ਹੈ ਅਤੇ ਸਾਰੇ ਸ਼ਾਸਤਰ ਕਹਾਣੀਆਂ ਆਦਿ ਹਨ। ਇਹ ਧਰਮ ਹੈ ਹੀ ਨਹੀਂ, ਤਾਂ ਬਾਬਾ ਕਹਿੰਦੇ ਜਾਣਨਗੇ ਕਿਵੇਂ? ਆਦਿ ਸਨਾਤਨ ਦੇਵੀ ਦੇਵਤਾ ਧਰਮ ਹੁਣ ਨਹੀਂ ਹੈ, ਪ੍ਰਾਇਲੋਪ ਹੈ। ਹੁਣ ਤੁਹਾਡੇ ਜੀਵਨ ਦੀ ਡੋਰ ਕਿਸ ਨਾਲ ਬੰਨੀ ਹੈ? ਬਾਪ ਨਾਲ, ਪਰਮ ਪਿਤਾ ਪਰਮਾਤਮਾ ਨਾਲ। ਆਤਮਾਵਾਂ ਦੀ ਪਰਮਾਤਮਾ ਨਾਲ ਡੋਰ ਜੁਟੀ ਹੋਈ ਹੈ। ਇਸ ਵਿੱਚ ਸਰੀਰ ਦੀ ਤਾਂ ਕੋਈ ਗੱਲ ਨਹੀਂ ਹੈ। ਬੇਸ਼ੱਕ ਘਰ ਵਿੱਚ ਬੈਠੇ ਰਹੋ, ਬੁੱਧੀ ਨਾਲ ਯਾਦ ਕਰਨਾ ਹੈ। ਤੁਹਾਡੀ ਆਤਮਾਵਾਂ ਦੀ ਜੀਵਨ ਡੋਰ ਬਾਨੀ ਹੋਈ ਹੈ। ਤਾਂ ਬਾਬਾ ਕਹਿ ਰਹੇ, ਤੁਸੀਂ ਕਹੋਗੇ ਸ਼ਿਵ ਬਾਬਾ ਬ੍ਰਹਮਾ ਦੁਆਰਾ ਸ੍ਰਿਸ਼ਟੀ ਰਚਦੇ ਹਨ, ਤਾਂ ਜ਼ਰੂਰ ਬ੍ਰਹਮਾ ਸਾਕਾਰ ਵਿੱਚ ਤਾਂ ਜ਼ਰੂਰ ਚਾਹੀਦਾ ਹੈ ਨਾ। ਬਾਕੀ ਵਿਸ਼ਨੂੰ ਅਤੇ ਸ਼ੰਕਰ ਇਸ ਸਮੇਂ ਕਿੱਥੇ ਹਨ? ਤਾਂ ਤੁਸੀਂ ਜੋ ਤ੍ਰਿਮੂਰਤੀ ਚਿੱਤਰ ਕਹਿੰਦੇ ਹੋ, ਇਹ ਬਹੁਤ ਸਮਝਣ ਦੀਆਂ ਗੱਲਾਂ ਹਨ। ਤ੍ਰਿਮੂਰਤੀ ਦਾ ਅਰਥ ਹੀ ਹੈ ਬ੍ਰਹਮਾ ਵਿਸ਼ਨੂੰ ਸ਼ੰਕਰ। ਬ੍ਰਹਮਾ ਦੁਆਰਾ ਸਥਾਪਨਾ ਉਹ ਤਾਂ ਇਸ ਸਮੇਂ ਹੀ ਹੁੰਦੀ ਹੈ। ਵਿਸ਼ਨੂੰ ਦੁਆਰਾ ਸਤਯੁਗ ਵਿੱਚ ਪਾਲਣਾ ਹੋਵੇਗੀ, ਮਾਨਾ ਲਕਸ਼ਮੀ ਨਾਰਾਇਣ, ਵਿਸ਼ਨੂੰ ਮਾਨਾ ਲਕਸ਼ਮੀ ਨਾਰਾਇਣ ਦੁਆਰਾ। ਵਿਨਾਸ਼ ਦਾ ਕੰਮ ਅੰਤ ਵਿੱਚ ਹੋਣਾ ਹੈ। ਇਹ ਆਦਿ ਸਨਾਤਨ ਦੇਵੀ ਦੇਵਤਾ ਧਰਮ ਭਾਰਤ ਦਾ ਇੱਕ ਹੀ ਹੈ। ਉਹ ਸਾਰੇ ਆਉਂਦੇ ਹਨ ਧਰਮ ਸਥਾਪਨ ਕਰਨ। ਹਰ ਇੱਕ ਜਾਣਦਾ ਹੈ ਕਿ ਇਹ ਧਰਮ ਸਥਾਪਨ ਕੀਤਾ ਅਤੇ ਉਸ ਦਾ ਸੰਵਤ ਇਹ ਹੈ। ਫਲਾਣੇ ਟਾਈਮ ਫਲਾਣਾ ਧਰਮ ਸਥਾਪਨ ਹੋਇਆ। ਭਾਰਤ ਦਾ ਕਿਸ ਨੂੰ ਵੀ ਪਤਾ ਨਹੀਂ ਹੈ। ਗੀਤਾ ਜਯੰਤੀ, ਸ਼ਿਵ ਜਯੰਤੀ ਕਦੋਂ ਹੋਈ, ਇਹ ਵੀ ਕਿਸੇ ਨੂੰ ਪਤਾ ਨਹੀਂ ਹੈ। ਕ੍ਰਿਸ਼ਨ ਅਤੇ ਰਾਧੇ ਦੀ ਉਮਰ ਵਿੱਚ 2-3 ਸਾਲ ਦਾ ਫਰਕ ਹੋਵੇਗਾ। ਸਤਯੁਗ ਵਿੱਚ ਜ਼ਰੂਰ ਪਹਿਲਾਂ ਕ੍ਰਿਸ਼ਨ ਨੇ ਜਨਮ ਲਿਆ ਹੋਵੇਗਾ, ਫਿਰ ਰਾਧਾ ਨੇ। ਪਰੰਤੂ ਸਤਯੁਗ ਕਦੋਂ ਸੀ, ਇਹ ਕਿਸ ਨੂੰ ਵੀ ਪਤਾ ਨਹੀਂ। ਤੁਹਾਨੂੰ ਵੀ ਸਮਝਣ ਵਿੱਚ ਬਹੁਤ ਸਾਲ ਲੱਗੇ ਹਨ ਨਾ, ਤਾਂ 2 ਦਿਨ ਵਿੱਚ ਕੋਈ ਕਿੱਥੋਂ ਤੱਕ ਸਮਝਣਗੇ? ਹੌਲੀ ਹੌਲੀ ਸਮਝ ਮਿਲਦੀ ਹੈ। ਰੈਗੂਲਰ ਆਉਂਦੇ ਆ ਤਾਂ ਰੈਗੂਲਰ ਸਮਝ ਮਿਲਦੀ ਜਾਂਦੀ ਹੈ। ਬਾਬਾ ਤਾਂ ਬਹੁਤ ਸਹਿਜ ਦੱਸਦੇ ਹਨ। ਉਹ ਬੇਹੱਦ ਦਾ ਬਾਪ ਹੈ ਨਾ, ਤਾਂ ਜ਼ਰੂਰ ਉਹਨਾਂ ਤੋਂ ਸਾਰਿਆਂ ਨੂੰ ਵਰਸਾ ਮਿਲਣਾ ਚਾਹੀਦਾ ਹੈ ਨਾ। ਉਹ ਗॉड ਫਾਦਰ ਕਹਿ ਕੇ ਯਾਦ ਕਰਦੇ ਹਨ। ਲਕਸ਼ਮੀ ਨਾਰਾਇਣ ਦਾ ਮੰਦਿਰ ਹੈ। ਇਹ ਸਵਰਗ ਵਿੱਚ ਰਾਜ ਕਰਦੀ ਸੀ, ਪਰੰਤੂ ਇਹ ਵਰਸਾ ਕਿਸ ਨੇ ਦਿੱਤਾ? ਜ਼ਰੂਰ ਸਵਰਗ ਦੇ ਰਚయిਤਾ ਬਾਪ ਨੇ ਦਿੱਤਾ ਹੋਵੇਗਾ, ਪਰੰਤੂ ਕਦੋਂ ਕਿਵੇਂ ਦਿੱਤਾ ਉਹ ਕੋਈ ਵੀ ਨਹੀਂ ਜਾਣਦੇ। ਤੁਸੀਂ ਬੱਚੇ ਜਾਣਦੇ ਹੋ ਕਿ ਜਦੋਂ ਸਤਯੁਗ ਸੀ ਤਾਂ ਹੋਰ ਕੋਈ ਵੀ ਧਰਮ ਨਹੀਂ ਸੀ। ਅਗਲੀ ਪੁਆਇੰਟ ਵਿੱਚ ਬਾਬਾ ਦੱਸ ਰਹੇ ਹਨ ਕਿ ਹੁਣ ਤੁਸੀਂ ਬਰੋਬਰ ਬ੍ਰਾਹਮਣ ਬਣੇ ਹੋ। ਯੱਗ ਵਿੱਚ ਤਾਂ ਜ਼ਰੂਰ ਬ੍ਰਾਹਮਣ ਚਾਹੀਦੇ ਹਨ। ਤਾਂ ਇਹ ਸ਼ਿਵ ਅਤੇ ਰੁਦਰ ਦਾ ਗਿਆਨ ਯੱਗ ਹੈ। ਰੁਦਰ ਗਿਆਨ ਯੱਗ ਕਿਹਾ ਜਾਂਦਾ ਹੈ। ਕ੍ਰਿਸ਼ਨ ਨੇ ਯੱਗ ਨਹੀਂ ਰਚਿਆ। ਇਹ ਸ਼ਿਵ ਬਾਬਾ ਦਾ ਯੱਗ ਪਤਿਤਾਂ ਨੂੰ ਪਾਵਨ ਬਣਾਉਣ ਦੇ ਲਈ ਹੈ। ਰੁਦਰ ਸ਼ਿਵ ਬਾਬਾ ਨਿਰਾਕਾਰ ਹੈ। ਉਹ ਯੱਗ ਕਿਵੇਂ ਰਚਦੇ ਹਨ? ਜਦੋਂ ਤੱਕ ਮਨੁੱਖ ਤਨ ਵਿੱਚ ਨਾ ਆਉਣ, ਮਨੁੱਖ ਹੀ ਯੱਗ ਰਚਦੇ ਹਨ। ਸੂਖਸ਼ਮ ਜਾਂ ਮੂਲ ਵਤਨ ਵਿੱਚ ਤਾਂ ਇਹ ਗੱਲਾਂ ਹੁੰਦੀਆਂ ਹੀ ਨਹੀਂ। ਬਾਪ ਸਮਝਾਉਂਦੇ ਹਨ, ਇਹ ਹੈ ਸੰਗਮ ਯੁੱਗ। ਜਦੋਂ ਲਕਸ਼ਮੀ ਨਾਰਾਇਣ ਦਾ ਰਾਜ ਸੀ ਤਾਂ ਸਤਯੁਗ ਸੀ। ਹੁਣ ਫੇਰ ਤੁਸੀਂ ਇਹ ਬਣ ਰਹੇ ਹੋ। ਇਹ ਜੀਵਨ ਦੀ ਡੋਰ ਆਤਮਾਵਾਂ ਦੀ ਉਸ ਪਰਮਾਤਮਾ ਨਾਲ ਬੰਨੀ ਹੈ। ਇਹ ਡੋਰ ਕਿਉਂ ਬੰਨੀ ਹੈ? ਕਿਉਂਕਿ ਸੁੱਖ ਦਾ ਵਰਸਾ ਪਾਉਣ ਦੇ ਲਈ। ਤੁਸੀਂ ਜਾਣਦੇ ਹੋ ਬੇਹੱਦ ਦੇ ਬਾਪ ਦੁਆਰਾ ਅਸੀਂ ਇਹ ਲਕਸ਼ਮੀ ਨਾਰਾਇਣ ਬਣਦੇ ਹਾਂ।
ਬਾਬਾ ਨੇ ਸਮਝਾਇਆ, ਤੁਸੀਂ ਸੋ ਦੇਵੀ ਦੇਵਤਾ ਧਰਮ ਦੇ ਸੀ, ਤੁਹਾਡਾ ਰਾਜ ਸੀ। ਪਿੱਛੇ ਤੁਸੀਂ ਪੁਨਰ ਜਨਮ ਲੈਂਦੇ ਲੈਂਦੇ ਖੱਤਰੀ ਧਰਮ ਵਿੱਚ ਆਏ। ਸੂਰਯਵੰਸ਼ੀ ਰਾਜਾਈ ਚਲੀ ਗਈ, ਫਿਰ ਚੰਦਰਵੰਸ਼ੀ ਆਈ। ਤੁਹਾਨੂੰ ਪਤਾ ਹੈ ਕਿ ਇਹ ਚੱਕਰ ਕਿਸ ਤਰ੍ਹਾਂ ਤੁਸੀਂ ਲਗਾਉਂਦੇ ਹੋ। ਇੰਨੇ ਜਨਮ ਲਏ। ਭਗਵਾਨ ਵਾਚ, ਹੇ ਬੱਚੇ, ਤੁਸੀਂ ਆਪਣੇ ਜਨਮਾਂ ਨੂੰ ਨਹੀਂ ਜਾਣਦੇ ਹੋ, ਮੈਂ ਜਾਣਦਾ ਹਾਂ। ਹੁਣ ਇਸ ਸਮੇਂ ਇਸ ਤਨ ਵਿੱਚ ਦੋ ਮੂਰਤੀ ਹਨ। ਦੋ ਮੂਰਤੀ ਕਿਹੜੀ? ਇੱਕ ਬ੍ਰਹਮਾ ਦੀ ਆਤਮਾ ਔਰ ਸ਼ਿਵ ਪਰਮਾਤਮਾ ਪਰਮ ਆਤਮਾ। ਇਸ ਸਮੇਂ ਦੋ ਮੂਰਤੀ ਇਕੱਠੀ ਹਨ, ਬ੍ਰਹਮਾ ਅਤੇ ਸ਼ਿਵ। ਸ਼ੰਕਰ ਦਾ ਤਾਂ ਪਾਠ ਨਹੀਂ ਆਉਂਦਾ, ਬਾਕੀ ਵਿਸ਼ਨੂੰ ਸਤਯੁਗ ਵਿੱਚ ਹੈ। ਹੁਣ ਤੁਸੀਂ ਬ੍ਰਹਮ ਤੋਂ ਦੇਵਤਾ ਬਣਦੇ ਹੋ। ਤੁਹਾਨੂੰ ਗਿਆਨ ਮਿਲਿਆ, ਤਾਂ ਹੀ ਤਾਂ ਭਗਤੀ ਤੋਂ ਵੈਰਾਗ ਆਇਆ ਹੋਇਆ ਨਾ। ਸਾਰੀ ਪੁਰਾਣੀ ਦੁਨੀਆ ਤੋਂ ਵੈਰਾਗ ਆਉਂਦਾ ਹੈ। ਵਿਕਰਮ ਵਿਨਾਸ਼ ਕਰਨ ਦਾ ਇੱਕੋ ਹੀ ਸਾਧਨ ਹੈ, ਯੋਗ ਅਗਨੀ। ਯੋਗ ਅਗਨੀ ਨਾਲ ਪਾਪ ਭਸਮ ਹੁੰਦੇ ਹਨ। ਮਾਇਆ ਨੇ ਦੇਖੋ ਤੁਹਾਨੂੰ ਮੂਰਖ ਬਣਾ ਦਿੱਤਾ। ਹੁਣ ਮੈਂ ਤੁਹਾਨੂੰ ਲਕਸ਼ਮੀ ਨਾਰਾਇਣ ਬਣਾਉਣ ਲਈ ਆਇਆ ਹਾਂ। ਮਾਇਆ ਵੀ ਕੋਈ ਘੱਟ ਨਹੀਂ। ਮਾਇਆ ਡੋਰ ਬੰਨਣ ਨਹੀਂ ਦਿੰਦੀ, ਖਿੱਚਾਤਾਣ ਹੁੰਦੀ ਹੈ। ਇਸ ਸਮੇਂ ਤੁਸੀਂ ਬਾਪ ਨੂੰ ਯਾਦ ਕਰਦੇ ਹੋ। ਬਾਬਾ ਕਹਿੰਦੇ, ਬੱਚੇ ਮੈਂ ਫੇਰ ਤੋਂ ਆਇਆ ਹਾਂ ਤੁਹਾਨੂੰ ਵਰਸਾ ਦੇਣ ਦੇ ਲਈ। ਅੱਛਾ, ਫਿਰ ਬਾਬਾ ਨੇ ਯਾਦ ਪਿਆਰ ਦਿੱਤਾ। ਮਿੱਠੇ ਮਿੱਠੇ ਸਿੱਕੀ ਲਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਧਾਰਨਾ ਲਈ ਮੁੱਖ ਸਾਰ ਹੈ। ਪਹਿਲਾ ਹੈ, ਆਪਣੇ ਬੁੱਧੀ ਦੀ ਰੂਹਾਨੀ ਡੋਰ ਇੱਕ ਬਾਪ ਨਾਲ ਬੰਨਣੀ ਹੈ, ਇੱਕ ਦੀ ਹੀ ਸ਼੍ਰੀਮਤ 'ਤੇ ਚੱਲਣਾ ਹੈ। ਦੂਸਰਾ, ਅਸੀਂ ਮੋਸਟ ਸਵੀਟੈਸਟ ਮਾਨਾ ਬਹੁਤ ਮਿੱਠੇ ਝਾੜ ਦਾ ਕਲਮ ਲਗਾ ਰਹੇ ਹਾਂ। ਇਸ ਲਈ ਪਹਿਲਾਂ ਆਪਣੇ ਆਪ ਨੂੰ ਬਹੁਤ ਬਹੁਤ ਮਿੱਠਾ ਬਣਾਉਣਾ ਹੈ। ਯਾਦ ਦੀ ਯਾਤਰਾ ਵਿੱਚ ਰਹਿ ਕੇ, ਹਮੇਸ਼ਾ ਰਹਿ ਕੇ ਵਿਕਰਮ ਵਿਨਾਸ਼ ਕਰਨੇ ਹਨ। ਵਰਦਾਨ, ਸਰਵ ਖਜ਼ਾਨਿਆਂ ਨੂੰ ਵਿਸ਼ਵ ਕਲਿਆਣ ਪ੍ਰਤੀ ਯੂਜ਼ ਕਰਨ ਵਾਲੇ ਸਿੱਧੀ ਸਵਰੂਪ ਭਵ। ਜਿਵੇਂ ਆਪਣੇ ਹੱਦ ਦੀ ਪ੍ਰਵਰਤੀ ਵਿੱਚ, ਆਪਣੇ ਹੱਦ ਦੇ ਸੁਭਾਵ ਸੰਸਕਾਰਾਂ ਦੀ ਪ੍ਰਵਰਤੀ ਵਿੱਚ ਬਹੁਤ ਸਮਾਂ ਲਗਾ ਦਿੰਦੇ ਹੋ, ਪਰੰਤੂ ਆਪਣੀ ਆਪਣੀ ਪ੍ਰਵਰਤੀ ਤੋਂ ਪਰੇ ਅਰਥਾਤ ਉਪਰਾਮ ਰਹੋ ਅਤੇ ਹਰ ਸੰਕਲਪ, ਬੋਲ ਅਤੇ ਕਰਮ ਸੰਬੰਧ ਸੰਪਰਕ ਵਿੱਚ ਸੰਤੁਲਨ ਰੱਖੋ, ਬੈਲੈਂਸ ਰੱਖੋ, ਤਾਂ ਸਰਵ ਖਜ਼ਾਨਿਆਂ ਦੀ ਇਕਾਨੋਮੀ ਦੁਆਰਾ ਘੱਟ ਖਰਚਾ, ਸਫਲਤਾ ਜ਼ਿਆਦਾ, ਮਨਾ ਕਮ ਖਰਚ ਵਾਲਾ ਨਸ਼ੀਨ ਬਣ ਜਾਓਗੇ। ਹੁਣ ਸਮੇਂ ਰੂਪੀ ਖਜ਼ਾਨਾ, ਐਨਰਜੀ ਰੂਪੀ ਖਜ਼ਾਨਾ ਅਤੇ ਸਥੂਲ ਖਜ਼ਾਨੇ ਵਿੱਚ ਕਮ ਖਰਚ ਵਾਲਾ ਨਸ਼ੀਨ ਮਨਾ ਘੱਟ ਖਰਚਾ, ਸਫਲਤਾ ਜ਼ਿਆਦਾ ਬਣੋ। ਇਸ ਸਮੇਂ ਖੁਦ ਦੇ ਬਜਾਏ ਵਿਸ਼ਵ ਕਲਿਆਣ ਪ੍ਰਤੀ ਇਸ ਨੂੰ ਯੂਜ਼ ਕਰੋ ਤਾਂ ਸਿੱਧੀ ਸਰੂਪ ਬਣ ਜਾਵੋਗੀ। ਸਲੋਗਨ ਹੈ, ਇੱਕ ਦੀ ਲਗਨ ਵਿੱਚ ਸਦਾ ਮਗਨ ਰਹੋ ਤਾਂ ਨਿਰਵਿਘਨ ਬਣ ਜਾਓਗੇ। ਅੱਛਾ, ਓਮ ਸ਼ਾਂਤੀ।